ਨਰਿੰਦਰ ਨੂੰ ਬਚਪਨ ਵਿੱਚ ਬੱਚੋਂ ਭਿੱਖਿਆ ਮੰਗਣ ਵਾਲੇ ਸਾਧੂ ਬੜੇ ਚੰਗੇ ਲੱਗਦੇ ਸਨ। ਜਿਉਂ ਹੀ ਕੋਈ ਸਾਧੂ ਮਹਾਤਮਾ ਦਰਵਾਜ਼ੇ 'ਤੇ ਆਉਂਦਾ ਤੇ ਉਹ ਉਸ ਨੂੰ ਭਿੱਖਿਆ ਦੇਣ ਲਈ ਝੱਟ ਦੌੜ ਪੈਂਦੇ। ਇੱਕ ਦਿਨ ਤਾਂ ਇਹਨਾਂ ਨੇ ਆਪਣੀ ਨਵੀਂ ਨਕੋਰ ਕਿਨਾਰੀ ਵਾਲੀ ਧੋਤੀ ਇੱਕ ਸਾਧੂ ਨੂੰ ਮੰਗਣ 'ਤੇ ਫਟਾਫਟ ਉਤਾਰ ਕੇ ਦੇ ਦਿੱਤੀ। ਮਾਂ ਨੇ ਇਸ ਨੂੰ ਜਿਆ ਕਰਨ ਤੋਂ ਡਾਂਟਿਆ, ਪਰ ਇਸ ਨੂੰ ਇਸ ਦੀ ਪਰਵਾਹ ਨਹੀਂ ਸੀ। ਸਾਧੂਆਂ ਪ੍ਰਤੀ ਇਹ ਪ੍ਰਵਿਰਤੀ ਵੇਖ ਕੇ ਪਰਿਵਾਰ ਦੇ ਲੋਕਾਂ ਨੂੰ ਇਹ ਡਰ ਲੱਗਦਾ ਸੀ ਕਿ ਕਿਤੇ ਇਹ ਵੱਡਾ ਹੋ ਕੇ ਕੋਈ ਸਾਧੂ ਹੀ ਨਾ ਬਣ ਜਾਏ ਤੇ ਇਹ ਘੰਟੋ ਘੰਟ ਪਰਮਾਤਮਾ ਦੀ ਸਮਾਧੀ ਵਿੱਚ ਲਾ ਕੇ ਅੱਖਾਂ ਬੰਦ ਕਰਕੇ ਬੈਠਾ ਜਾਂਦਾ। ਕਦੀ ਕਦੀ ਤਾਂ ਇਹ ਧਿਆਨ ਵਿੱਚ ਇੰਨਾ ਮਗਨ ਹੋ ਜਾਂਦਾ ਕਿ ਇਸ ਨੂੰ ਲੋਕਾਂ ਨੂੰ ਇਸ ਨੂੰ ਝੰਜੋੜ ਕੇ ਉਠਾਉਣਾ ਪੈਂਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਨਰਿੰਦਰ ਆਪਣੇ ਕੁਝ ਸਾਥੀਆਂ ਦੇ ਨਾਲ ਧਿਆਨ ਲਗਾ ਰਿਹਾ ਸੀ ਕਿ ਸਾਥੀਆਂ ਨੇ ਦੇਖਿਆ ਕਿ ਇਹ ਕੋਬਰਾ ਸੱਪ ਧਰਤੀ 'ਤੇ ਰੇਂਗਦਾ ਹੋਇਆ ਆ ਰਿਹਾ ਹੈ। ਸੱਪ ਨੂੰ ਦੇਖਦੇ ਹੀ ਸਾਰੇ ਸਾਥੀ ਉੱਠ ਕੇ ਚਲੇ ਗਏ, ਪਰ ਨਰਿੰਦਰ ਧਿਆਨ ਵਿੱਚ ਇੰਨਾ ਮਗਨ ਸੀ ਕਿ ਇਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਸੱਪ ਆਇਆ ਹੈ। ਸੱਪ ਨੂੰ ਵੇਖ ਕੇ ਪਰਿਵਾਰ ਵਾਲੇ ਵੀ ਡਰ ਗਏ। ਕੁਝ ਦੇਰ ਸੱਪ ਬੈਠਾ ਰਿਹਾ, ਪਰ ਕੁਝ ਦੇਰ ਤੋਂ ਬਾਅਦ ਉਹ ਆਪਣੇ ਆਪ ਚਲਾ ਗਿਆ। ਨਰਿੰਦਰ ਨੂੰ ਬਚਪਨ ਵਿੱਚ ਭਿੱਖਿਆ ਮੰਗਣ ਵਾਲੇ ਸਾਧੂ ਬੜੇ ਚੰਗੇ ਲੱਗਦੇ ਹਨ। ਇੱਕ ਦਿਨ ਕੀ ਹੋਇਆ, ਕੋਈ ਭਿੱਖਿਆ ਮੰਗਣ ਵਾਲੇ ਸਾਧੂ ਜੇ ਕੋਈ ਸਾਧੂ ਮਹਾਤਮਾ ਦਰਵਾਜ਼ੇ 'ਤੇ ਆਉਂਦਾ ਤੇ ਸਵਾਮੀ ਨਰਿੰਦਰ ਦੱਤ ਫਟਾਫਟ ਉਸ ਨੂੰ ਭਿੱਖਿਆ ਦੇਣ ਲਈ ਭੱਜ ਪੈਂਦਾ। ਇੱਕ ਦਿਨ ਇਸਨੇ ਆਪਣੀ ਨਵੀਂ ਨਵੇਰੀ ਕਨੇਰ ਵਾਲੀ ਜਿਹੜੀ ਧੋਤੀ ਸੀ ਉਹ ਇੱਕ ਸਾਧੂ 'ਤੇ ਮੰਗਣ 'ਤੇ ਉਸ ਨੂੰ ਉਤਾਰ ਕੇ ਦੇ ਦਿੱਤੀ। ਇਸ ਦੀ ਮਾਂ ਨੇ ਇਸ ਨੂੰ ਬਥੇਰਾ ਡਾਂਟਿਆ, ਪਰ ਇਸ ਨੂੰ ਇਸ ਦੀ ਕੋਈ ਵੀ ਪਰਵਾਹ ਨਹੀਂ ਹੁੰਦੀ। ਸਾਧੂਆਂ ਦੇ ਪ੍ਰਤੀ ਇਹ ਪ੍ਰਵਿਰਤੀ ਦੇਖ ਕੇ, ਇਹ ਵਿਚਾਰ ਦੇਖ ਕੇ ਪਰਿਵਾਰ ਦੇ ਲੋਕ ਆਖਦੇ ਕਿ ਕਿਤੇ ਇਹ ਵੱਡਾ ਹੋ ਕੇ ਸਾਧੂ ਨਾ ਬਣ ਜਾਏ। ਇਹ ਫਟਾਫਟ ਸਮਾਧੀ ਲਗਾ ਕੇ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ। ਕਦੀ ਕਦੀ ਤਾਂ ਇਹ ਧਿਆਨ ਵਿੱਚ ਇੰਨੇ ਮਗਨ ਹੋ ਜਾਂਦੇ ਕਿ ਲੋਕਾਂ ਨੂੰ ਇਸ ਨੂੰ ਝੰਜੋੜ ਕੇ ਉਠਾਉਣਾ ਪੈਂਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਨਰਿੰਦਰ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਧਿਆਨ ਲਗਾ ਰਿਹਾ ਸੀ ਕਿ ਸਾਥੀਆਂ ਨੇ ਇੱਕ ਕੋਬਰਾ ਸੱਪ ਨੂੰ ਵੇਖਿਆ। ਕੋਬਰਾ ਸੱਪ ਨੂੰ ਵੇਖਦੇ ਹੀ ਸਾਰੇ ਸਾਥੀ ਦੌੜ ਗਏ, ਪਰ ਨਰਿੰਦਰ ਆਪਣੀ ਭਗਤੀ ਵਿੱਚ ਲੀਨ ਰਿਹਾ ਤੇ ਸੱਪ ਨੂੰ ਦੇਖ ਕੇ ਪਰਿਵਾਰ ਵਾਲੇ ਡਰ ਗਏ। ਕੁਝ ਦੇਰ ਸੱਪ ਬੈਠਾ ਰਿਹਾ ਤੇ ਉਸ ਤੋਂ ਬਾਅਦ ਉਹ ਆਪਣੇ ਆਪ ਚਲਾ ਗਿਆ। ਸ਼ੁਰੂ ਤੋਂ ਹੀ ਨਰਿੰਦਰ ਤੀਖਣ ਬੁੱਧੀ ਦਾ ਮਾਲਕ ਸੀ। ਪੜ੍ਹਾਈ ਵਿੱਚ ਇਹ ਬਹੁਤ ਹੁਸ਼ਿਆਰ ਸੀ। ਸਕੂਲ ਵਿੱਚ ਜਦੋਂ ਅਧਿਆਪਕ ਇਸ ਨੂੰ ਪੜ੍ਹਾਉਂਦੇ ਤੇ ਇਹ ਸਮਾਧੀ ਲਗਾ ਕੇ ਧਿਆਨ ਵਿੱਚ ਬੈਠਾ ਰਹਿੰਦਾ ਤੇ ਅਧਿਆਪਕ ਇਸ ਨੂੰ ਡਾਂਟਦੇ ਤਾਂ ਪੜ੍ਹਾਇਆ ਹੋਇਆ ਜਦੋਂ ਡਾਂਟਦੇ ਹੋ ਤੇ ਇਸ ਕੋਲ ਪਾਠ ਪੁੱਛਦੇ ਤਾਂ ਨਰਿੰਦਰ ਪੜ੍ਹਾਏ ਹੋਏ ਪਾਠ ਦਾ ਇੱਕ ਸ਼ਬਦ ਚੁਣ ਕੇ ਸੁਣਾ ਦਿੰਦਾ। ਇਸ ਤਰ੍ਹਾਂ ਅਧਿਆਪਕ ਵੀ ਹੈਰਾਨ ਰਹਿ ਜਾਂਦੇ ਕਿ ਜਦੋਂ ਆਪਣੀ ਤੀਖਣ ਬੁੱਧੀ, ਆਪਣੀ ਤੇਜ਼ ਬੁੱਧੀ ਦੇ ਕਾਰਨ ਨਰਿੰਦਰ ਦੱਤ ਨੇ ਉੱਚੀ ਸਿੱਖਿਆ ਪ੍ਰਾਪਤ ਕੀਤੀ। BA ਕਰਨ ਤੋਂ ਬਾਅਦ ਇਹ ਵਕਾਲਤ ਕਰਨ ਲਈ ਕਾਲਜ ਵਿੱਚ ਇਹਨਾਂ ਨੇ ਦਾਖਲਾ ਲੈ ਲਿਆ। 19 ਦਿਨਾਂ ਪਰਿਵਾਰ ਨੂੰ ਇੱਕ ਗਹਿਰੀ ਸੱਟ ਵੱਜੀ। ਪਿਤਾ ਵਿਸ਼ਵਨਾਥ ਦਿਲ ਦਾ ਦੌਰਾ ਪੈਣ ਕਾਰਨ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਭਾਵੇਂ ਉਹ ਇੱਕ ਪ੍ਰਸਿੱਧ ਵਕੀਲ ਸਨ, ਪਰ ਉਹ ਕਰਜ਼ੇ ਵਿੱਚ ਪੂਰੀ ਤਰ੍ਹਾਂ ਵਿੰਨ੍ਹੇ ਪਏ ਸਨ। ਇਸ ਤਰ੍ਹਾਂ ਪਰਿਵਾਰ ਦਾ ਬੁਰਾ ਦੌਰ ਸ਼ੁਰੂ ਹੋ ਗਿਆ ਤੇ ਫਲਸਰੂਪ ਨਰਿੰਦਰ ਨੂੰ ਆਪਣੀ ਕਾਲਜ ਦੀ ਪੜ੍ਹਾਈ ਛੱਡਣੀ ਪਈ ਤੇ ਉਹ ਨੌਕਰੀ ਦੀ ਤਲਾਸ਼ ਵਿੱਚ ਦਰ-ਦਰ ਭਟਕਣ ਲੱਗਾ। BA ਕਰਨ ਤੋਂ ਬਾਅਦ ਨਰਿੰਦਰ ਨੇ ਕਾਨੂੰਨ ਦੀ ਵਿੱਦਿਆ ਪ੍ਰਾਪਤ ਕਰਨ ਲਈ ਕਾਲਜ ਵਿੱਚ ਐਡਮਿਸ਼ਨ ਲਿੱਤਾ। 19 ਦਿਨਾਂ ਪਰਿਵਾਰ ਨੂੰ ਇੱਕ ਗਹਿਰੀ ਸੱਟ ਵੱਜੀ। ਪਿਤਾ ਵਿਸ਼ਵਨਾਥ ਜੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਇਸ ਸੰਸਾਰ ਤੋਂ ਚਲੇ ਗਏ। ਭਾਵੇਂ ਉਹ ਇੱਕ ਪ੍ਰਸਿੱਧ ਵਕੀਲ ਸਨ, ਪਰ ਉਹ ਕਰਜ਼ੇ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਸਨ। ਇਸ ਤਰ੍ਹਾਂ ਪਰਿਵਾਰ ਵਿੱਚ ਬੁਰਾ ਦੌਰ ਸ਼ੁਰੂ ਹੋ ਗਿਆ। ਫਲਸਰੂਪ ਨਰਿੰਦਰ ਨੇ ਕਾਲਜ ਛੱਡਣਾ ਪਿਆ ਤੇ ਉਹ ਨੌਕਰੀ ਦੀ ਤਲਾਸ਼ ਵਿੱਚ ਦਰ-ਦਰ ਭਟਕਣ ਲੱਗਾ।
ਇੱਕ ਦਿਨ ਮਿੱਤਰ ਦੇ ਘਰ ਨਰਿੰਦਰ ਦੀ ਮੁਲਾਕਾਤ ਪਰਮਹੰਸ ਰਾਮ ਕ੍ਰਿਸ਼ਨ ਜੀ ਦੇ ਨਾਲ ਹੋਈ। ਰਾਮ ਕ੍ਰਿਸ਼ਨ ਜੀ ਨੇ ਨਰਿੰਦਰ ਦੇ ਚਿਹਰੇ 'ਤੇ ਨੂਰ ਦੇਖ ਕੇ ਕਿਹਾ ਕਿ ਇਹ ਕੋਈ ਸਧਾਰਨ ਇਨਸਾਨ ਨਹੀਂ ਹੈ। ਰਾਮ ਕ੍ਰਿਸ਼ਨ ਜੀ ਦੇ ਸ਼ਬਦਾਂ ਦਾ ਇਸ 'ਤੇ ਬਹੁਤ ਅਸਰ ਹੋਇਆ ਅਤੇ ਇਹਨਾਂ ਨੇ ਉਸ ਨੂੰ ਹੀ ਉਹਨਾਂ ਦੇ ਹੋ ਕੇ ਰਹਿ ਗਏ ਅਤੇ ਉਹਨਾਂ ਨੂੰ ਆਪਣਾ ਗੁਰੂ ਮੰਨ ਲਿਆ। ਇੱਕ ਦਿਨ ਇੱਕ ਮਿੱਤਰ ਦੇ ਘਰ ਨਰਿੰਦਰ ਦੱਤ ਦੀ ਮੁਲਾਕਾਤ ਪਰਮਹੰਸ ਰਾਮ ਕ੍ਰਿਸ਼ਨ ਦੇ ਨਾਲ ਹੋਈ। ਰਾਮ ਕ੍ਰਿਸ਼ਨ ਜੀ ਨੇ ਜਦੋਂ ਨਰਿੰਦਰ ਦੱਤ ਨੂੰ ਵੇਖਿਆ ਤੇ ਉਸ ਨੂੰ ਦੇਖ ਕੇ ਕਹਿਣ ਲੱਗੇ ਕਿ ਇਹ ਇੱਕ ਸਧਾਰਨ ਮਨੁੱਖ ਨਹੀਂ ਹੈ। ਰਾਮ ਕ੍ਰਿਸ਼ਨ ਜੀ ਦੇ ਸ਼ਬਦਾਂ ਦਾ ਇਹਨਾਂ 'ਤੇ ਬੜਾ ਅਸਰ ਹੋਇਆ ਤੇ ਇਹਨਾਂ ਨੇ ਉਸ ਨੂੰ ਗੁਰੂ ਮੰਨ ਲਿਆ। ਆਪਣੇ ਗੁਰੂ ਦੀ ਮੌਤ ਤੋਂ ਬਾਅਦ ਨਰਿੰਦਰ ਸਵਾਮੀ ਵਿਵੇਕਾਨੰਦ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਆਪਣੇ ਸੰਨਿਆਸੀ ਸਾਥੀਆਂ ਨਾਲ ਮਿਲ ਕੇ ਆਪਣਾ ਕਠੋਰ ਜੀਵਨ ਬਿਤਾਉਣ ਲੱਗੇ। ਇਹ ਆਪਣੇ ਗੁਰੂ ਦੀ ਸਿੱਖਿਆ ਨੂੰ ਘਰ ਘਰ ਪਹੁੰਚਾਉਂਦੇ। ਇਹਨਾਂ ਦੇ ਗੁਰੂ ਜੀ ਨੇ ਕਿਹਾ ਕਰਦੇ ਸਨ ਕਿ ਗਰੀਬ ਅਤੇ ਦਲਿਤ ਲੋਕਾਂ ਦੀ ਸੇਵਾ ਕਰਨੀ ਭਗਵਾਨ ਦੀ ਪੂਜਾ ਕਰਨ ਦੇ ਬਰਾਬਰ ਹੈ। ਆਪ ਕਾਸ਼ੀ, ਅਯੋਧਿਆ ਅਤੇ ਆਦਿ ਸਥਾਨਾਂ 'ਤੇ ਜਾਣ ਤੋਂ ਮਗਰੋਂ ਭਾਰਤ ਯਾਤਰਾ ਦੇ ਲਈ ਨਿਕਲ ਪਏ। ਆਪ ਨੇ ਨੈਨੀਤਾਲ, ਬਦਰੀਨਾਥ, ਕੇਦਾਰਨਾਥ, ਰਿਸ਼ੀਕੇਸ਼, ਦਿੱਲੀ, ਅਹਿਮਦਾਬਾਦ, ਕਾਠੀਵਾੜਾ ਦੇ ਸਾਰੇ ਦੱਖਣੀ ਸ਼ਹਿਰਾਂ ਦੀ ਯਾਤਰਾ ਕੀਤੀ। ਉਸ ਵੇਲੇ ਰੇਲਾਂ ਜਾਂ ਬੱਸਾਂ ਨਹੀਂ ਸਨ, ਲੋਕ ਪੈਦਲ ਹੀ ਯਾਤਰਾ ਕਰਦੇ ਸਨ ਤੇ ਯਾਤਰਾ ਦੇ ਦੌਰਾਨ ਇਹਨਾਂ ਨੇ ਭਾਰਤ ਦੇਸ਼ ਦੇ ਲੋਕਾਂ ਦੀ ਦੁਰਦਸ਼ਾ ਨੂੰ ਦੇਖ ਕੇ ਤੜਫ ਉੱਠੇ। ਆਪ ਦੇਸ਼ ਵਾਸੀਆਂ ਲਈ ਕੁਝ ਕਰਨਾ ਚਾਹੁੰਦੇ ਸਨ। ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਆਪ ਇਸ ਸਿੱਟੇ 'ਤੇ ਪਹੁੰਚੇ ਕਿ ਧਾਰਮਿਕਤਾ ਦੇ ਨਾਲ ਨਾਲ ਤਕਨੀਕੀ ਸਿੱਖਿਆ ਦੀ ਲੋੜ ਹੈ। ਇੱਥੇ ਦੀ ਜਨਤਾ ਦਾ ਜੀਵਨ ਤਾਂ ਹੀ ਸੁਧਰ ਸਕਦਾ ਹੈ ਇੱਥੇ ਦੇ ਲੋਕ ਕੋਈ ਤਕਨੀਕੀ ਕੰਮ ਕਰਨ। ਜਦੋਂ ਸਵਾਮੀ ਪਰਮਹੰਸ ਰਾਮ ਕ੍ਰਿਸ਼ਨ ਦੀ ਮੌਤ ਹੋ ਗਈ, ਉਸ ਤੋਂ ਬਾਅਦ ਨਰਿੰਦਰ ਦੱਤ ਸਵਾਮੀ ਵਿਵੇਕਾਨੰਦ ਦੇ ਨਾਂ 'ਤੇ ਪ੍ਰਸਿੱਧ ਹੋਏ। ਇਹ ਆਪਣੇ ਸੰਨਿਆਸੀ ਸਾਥੀਆਂ ਦੇ ਨਾਲ ਇੱਕ ਕਠੋਰ ਜੀਵਨ ਬਿਤਾਉਣ ਲੱਗੇ। ਇਹ ਆਪਣੇ ਗੁਰੂ ਦੀ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਲੱਗੇ। ਇਹਨਾਂ ਦੇ ਗੁਰੂ ਜੀ ਕਿਹਾ ਕਰਦੇ ਸਨ ਕਿ ਗਰੀਬ ਅਤੇ ਦਲਿਤ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹਨਾਂ ਦੀ ਸੇਵਾ ਕਰਨ ਨਾਲ ਪਰਮਾਤਮਾ ਦੀ ਸੇਵਾ ਦੇ ਬਰਾਬਰ ਹੁੰਦੀ ਹੈ। ਆਪ ਕਾਸ਼ੀ, ਅਯੋਧਿਆ ਆਦਿ ਸਥਾਨਾਂ 'ਤੇ ਜਾਣ ਦੇ ਨਾਲ ਭਾਰਤ ਦੇ ਨਿਕਲ ਪਏ। ਆਪ ਨੇ ਨੈਨੀਤਾਲ, ਬਦਰੀਨਾਥ, ਕੇਦਾਰਨਾਥ, ਰਿਸ਼ੀਕੇਸ਼ ਆਦਿ ਕਾਠੀਵਾੜਾ ਦੇ ਸਾਰੇ ਦੱਖਣੀ ਸ਼ਹਿਰਾਂ ਦੀ ਯਾਤਰਾ ਕੀਤੀ। ਉਸ ਵੇਲੇ ਰੇਲਾਂ ਜਾਂ ਬੱਸਾਂ ਨਹੀਂ ਸਨ, ਲੋਕ ਪੈਦਲ ਹੀ ਯਾਤਰਾ ਕਰਦੇ ਸਨ ਤੇ ਇਹਨਾਂ ਯਾਤਰਾ ਕਰਕੇ ਆਪ ਦੇਸ਼ ਵਾਸੀਆਂ ਦੀ ਦੁਰਦਸ਼ਾ ਨੂੰ ਦੇਖ ਕੇ ਤੜਫ ਉੱਠੇ। ਦੇਸ਼ ਵਾਸੀਆਂ ਲਈ ਆਪ ਕੁਝ ਕਰਨਾ ਚਾਹੁੰਦੇ ਸਨ। ਇਹਨਾਂ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਨਿਰਣੈ ਲਿੱਤਾ ਕਿ ਭਾਰਤ ਵਿੱਚ ਧਾਰਮਿਕਤਾ ਦੇ ਨਾਲ ਨਾਲ ਤਕਨੀਕੀ ਸਿੱਖਿਆ ਦੀ ਲੋੜ ਹੈ ਕਿ ਤਕਨੀਕੀ ਸਿੱਖਿਆ ਦੀ ਲੋੜ ਦੇ ਕਾਰਨ ਹੀ ਭਾਰਤ ਦੇਸ਼ ਦੇ ਲੋਕਾਂ ਦੀ ਸਥਿਤੀ ਸੁਧਰ ਸਕਦੀ ਹੈ। ਤੇ ਸਵਾਮੀ ਜੀ ਨੇ ਭਾਰਤ ਦੀ ਯਾਤਰਾ ਕਰਨ ਤੋਂ ਬਾਅਦ 31 ਮਈ 1893 ਈਸਵੀ ਨੂੰ ਸ਼੍ਰੀਲੰਕਾ, ਟੋਕੀਓ, ਕੈਨੇਡਾ ਹੁੰਦੇ ਹੋਏ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਪਹੁੰਚੇ, ਜਿੱਥੇ ਦੁਨੀਆ ਦੇ ਸਾਰੇ ਧਰਮਾਂ ਦਾ ਇੱਕ ਬਹੁਤ ਵੱਡਾ ਸੰਮੇਲਨ ਹੋ ਰਿਹਾ ਸੀ। ਸਤੰਬਰ 1893 ਈਸਵੀ ਨੂੰ ਦੁਨੀਆ ਦੇ 7000 ਪ੍ਰਤੀਨਿਧੀਆਂ ਅਤੇ ਸਰੋਤਿਆਂ ਦੀ ਮੌਜੂਦਗੀ ਨਾਲ ਇਹ ਸੰਮੇਲਨ ਦਾ ਆਰੰਭ ਹੋਇਆ। ਸਵਾਮੀ ਜੀ ਨੇ ਇੰਨੀ ਵੱਡੀ ਸੰਖਿਆ ਵਿੱਚ ਬੋਲਣ ਦਾ ਪਹਿਲਾਂ ਕਦੀ ਮੌਕਾ ਨਹੀਂ ਸੀ ਮਿਲਿਆ। ਉਹ ਇਸ ਮੌਕੇ ਨੂੰ ਹੱਥੋਂ ਗਵਾਉਣਾ ਨਹੀਂ ਚਾਹੁੰਦੇ ਸਨ। ਇਸ ਦੇ ਨਾਲ ਉਹ ਕੁਝ ਘਬਰਾਹਟ ਵੀ ਮਹਿਸੂਸ ਕਰ ਰਹੇ ਸਨ। ਸਵਾਮੀ ਜੀ ਭਾਰਤ ਦੀ ਯਾਤਰਾ ਕਰਨ ਤੋਂ ਬਾਅਦ 31 ਮਈ 1893 ਈਸਵੀ ਨੂੰ ਸ਼੍ਰੀਲੰਕਾ, ਟੋਕੀਓ, ਕੈਨੇਡਾ ਹੁੰਦੇ ਹੋਏ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਪਹੁੰਚੇ,
ਜਿੱਥੇ ਦੁਨੀਆ ਦੇ ਸਾਰੇ ਧਰਮਾਂ ਦਾ ਇੱਕ ਬਹੁਤ ਵੱਡਾ ਸੰਮੇਲਨ ਸੀ। ਸੰਮੇਲਨ ਕੀ ਹੁੰਦਾ ਹੈ? ਜਦੋਂ ਸਾਰੇ ਵੱਡੇ ਵੱਡੇ ਧਰਮਾਂ ਦੇ ਲੋਕ ਆਪਣੇ ਆਪਣੇ ਵਿਚਾਰਾਂ ਨੂੰ ਰੱਖਣ। 11 ਸਤੰਬਰ 1893 ਈਸਵੀ ਨੂੰ ਦੁਨੀਆ ਦੇ 7000 ਪ੍ਰਤੀਨਿਧੀਆਂ ਅਤੇ ਸਰੋਤਿਆਂ ਕੀ ਹੁੰਦੇ ਹਨ? ਪ੍ਰਵਚਨ ਸੁਣਨ ਵਾਲੇ ਮੌਜੂਦ ਵਿੱਚ ਇਸ ਸੰਮੇਲਨ ਦਾ ਆਰੰਭ ਹੋਇਆ। ਸਵਾਮੀ ਜੀ ਨੂੰ ਇੰਨੀ ਵੱਡੀ ਸੰਖਿਆ ਵਿੱਚ ਬੋਲਣ ਦਾ ਕਦੀ ਵੀ ਪਹਿਲਾ ਮੌਕਾ ਨਹੀਂ ਮਿਲਿਆ ਸੀ। ਉਹ ਇਸ ਮੌਕੇ ਨੂੰ ਹੱਥੋਂ ਗਵਾਉਣਾ ਨਹੀਂ ਚਾਹੁੰਦੇ ਸਨ। ਇਸ ਦੇ ਨਾਲ ਉਹ ਕੁਝ ਘਬਰਾਹਟ ਵੀ ਮਹਿਸੂਸ ਕਰ ਰਹੇ ਸਨ। ਆਖਿਰ ਆਪ ਨੇ ਆਪਣਾ ਭਾਸ਼ਣ ਅਮਰੀਕਨ ਨਿਵਾਸੀ ਬਹਿਨੋਂ ਤੋਂ ਬਰਾਵੋ ਕਹਿ ਕੇ ਆਰੰਭ ਕੀਤਾ। ਉਹਨਾਂ ਦੇ ਬੋਲਦੇ ਹੀ ਸਭ ਪਾਸਿਓਂ ਤਾੜੀਆਂ ਵੱਜਣ ਲੱਗੀਆਂ। ਆਪ ਨੂੰ 30 ਮਿੰਟ ਤੱਕ ਭਾਸ਼ਣ ਕੀਤਾ ਤੇ ਇਸ ਵਿੱਚ ਹਿੰਦੂ ਧਰਮ ਨੂੰ ਸਾਰੇ ਧਰਮਾਂ ਨਾਲੋਂ ਉੱਤਮ ਅਤੇ ਸਾਰੇ ਧਰਮਾਂ ਦੀ ਜਨਨੀ ਦੱਸਿਆ। ਆਪ ਦੇ ਭਾਸ਼ਣ ਨੇ ਸਭ ਪਾਸੋਂ ਪ੍ਰਸ਼ੰਸਾ ਹੋਣ ਲੱਗੀ। ਇਹ ਸੰਮੇਲਨ 17 ਦਿਨ ਚੱਲਿਆ। ਇਸ ਵਿੱਚ ਆਪ ਨੇ 10 ਵਾਰ ਭਾਸ਼ਣ ਦੇਣ ਦਾ ਮੌਕਾ ਮਿਲਿਆ। ਆਪ ਨੂੰ ਹੋਰ ਵੀ ਕਈ ਦੇਸ਼ਾਂ ਦੇ ਸੱਦੇ ਆਉਣ ਲੱਗੇ। ਫਲਸਰੂਪ ਆਪ ਇੰਗਲੈਂਡ ਤੇ ਹੋਰ ਯੂਰਪੀ ਦੇਸ਼ਾਂ ਦਾ ਦੌਰਾ ਕਰਨ ਤੋਂ ਬਾਅਦ 1896 ਈਸਵੀ ਵਿੱਚ ਭਾਰਤ ਪਰਤਦਾ ਹੈ। ਆਖਿਰ ਆਪ ਨੇ ਆਪਣਾ ਭਾਸ਼ਣ ਅਮਰੀਕਨ ਨਿਵਾਸੀ ਬਹਿਨੋਂ ਤੇ ਬਰਾਵੋ ਕਹਿ ਕੇ ਸ਼ੁਰੂ ਕੀਤਾ। ਉਹਨਾਂ ਦੇ ਬੋਲਦੇ ਹੀ ਸਭ ਪਾਸੋਂ ਤਾੜੀਆਂ ਵੱਜਣ ਲੱਗੀਆਂ। ਆਪ ਨੇ 30 ਮਿੰਟ ਤੱਕ ਭਾਸ਼ਣ ਦਿੱਤਾ ਤੇ ਇਸ ਵਿੱਚ ਹਿੰਦੂ ਧਰਮ ਨੂੰ ਸਾਰੇ ਧਰਮਾਂ ਨਾਲੋਂ ਉੱਤਮ ਅਤੇ ਸਾਰੇ ਧਰਮਾਂ ਦੀ ਜਨਨੀ ਦੱਸਿਆ। ਜਿਹੜਾ ਹਿੰਦੂ ਧਰਮ ਹੈ ਉਹ ਸਾਰੇ ਧਰਮਾਂ ਨਾਲੋਂ ਉੱਤਮ ਹੈ, ਵਧੀਆ ਹੈ ਅਤੇ ਸਾਰੇ ਧਰਮ ਹਿੰਦੂ ਧਰਮ ਤੋਂ ਹੀ ਪੈਦਾ ਹੋਏ ਹਨ। ਆਪ ਦੇ ਭਾਸ਼ਣ ਪਾਸੋਂ ਹਰ ਪਾਸੇ ਇਹਨਾਂ ਦੀ ਪ੍ਰਸ਼ੰਸਾ ਹੋਣ ਲੱਗੀ। ਇਹ ਸੰਮੇਲਨ 17 ਦਿਨ ਚੱਲਿਆ ਤੇ ਆਪ ਨੂੰ 10 ਵਾਰ ਭਾਸ਼ਣ ਦੇਣ ਦਾ ਮੌਕਾ ਮਿਲਿਆ। ਆਪ ਨੂੰ ਹੋਰ ਵੀ ਕਈ ਦੇਸ਼ਾਂ ਤੋਂ ਸੱਦੇ ਆਉਣ ਲੱਗੇ। ਫਲਸਰੂਪ ਆਪ ਇੰਗਲੈਂਡ ਤੇ ਹੋਰ ਯੂਰਪੀ ਦੇਸ਼ਾਂ ਦਾ ਦੌਰਾ ਕਰਨ ਤੋਂ ਬਾਅਦ 1896 ਵਿੱਚ ਭਾਰਤ ਵਾਪਸ ਆ ਗਏ। 1897 ਵਿੱਚ ਕਲਕੱਤਾ ਵਿਖੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਇਸ ਸੰਸਥਾ ਦਾ ਮੁੱਖ ਉਦੇਸ਼ ਸਿੱਖਿਆ, ਸਿਹਤ ਅਤੇ ਅਧਿਆਤਮਕਵਾਦ ਦਾ ਪ੍ਰਚਾਰ ਕਰਨਾ ਸੀ। ਸਵਾਮੀ ਜੀ ਨੇ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕੀਤੀ। ਕੜੀ ਮਿਹਨਤ ਕਰਕੇ ਨਤੀਜੇ ਆਪ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ। ਆਖਰ 4 ਜੁਲਾਈ 1902 ਈਸਵੀ ਨੂੰ ਆਪ ਸੰਸਾਰ ਨੂੰ ਅਲਵਿਦਾ ਕਹਿ ਗਏ। 1897 ਵਿੱਚ ਕਲਕੱਤਾ ਵਿੱਚ ਸਵਾਮੀ ਵਿਵੇਕਾਨੰਦ ਜੀ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਤੇ ਇਸ ਸੰਸਥਾ ਦਾ ਮੁੱਖ ਉਦੇਸ਼ ਸੀ ਸਿੱਖਿਆ, ਲੋਕਾਂ ਨੂੰ ਸਿੱਖਿਆ ਦੇਣਾ, ਸਿਹਤ, ਉਹਨਾਂ ਦੀ ਸਿਹਤ ਦੇ ਬਾਰੇ ਵਿਚਾਰ ਦੇਣਾ ਅਤੇ ਅਧਿਆਤਮਕਵਾਦ ਦਾ ਪ੍ਰਚਾਰ ਕਰਨਾ। ਸਵਾਮੀ ਜੀ ਨੇ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਕੜੀ ਮਿਹਨਤ ਕੀਤੀ, ਬਹੁਤ ਜ਼ਿਆਦਾ ਮਿਹਨਤ ਕੀਤੀ। ਕੜੀ ਮਿਹਨਤ ਕਰਨ ਦੇ ਨਤੀਜੇ ਵਜੋਂ ਆਪ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ। ਆਖਿਰ 4 ਜੁਲਾਈ 1902 ਈਸਵੀ ਨੂੰ ਆਪ ਸੰਸਾਰ ਵਿੱਚੋਂ ਚਲਾਣਾ ਕਰ ਗਏ, ਅਰਥਾਤ ਇਸ ਸੰਸਾਰ ਨੂੰ ਛੱਡ ਕੇ ਪਰਮਾਤਮਾ ਵਿੱਚ ਅਲੋਪ ਹੋ ਗਏ। ਇਹ ਸੀ ਬੱਚੋ ਸਵਾਮੀ ਵਿਵੇਕਾਨੰਦ ਜੀ ਦਾ ਜੀਵਨ ਪ੍ਰੀਚਿਆ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕੀ ਕੀ ਕੀਤਾ। ਉਹ ਕਿੰਨੇ ਮਹਾਨ ਸੰਤ ਸਨ। ਉਹਨਾਂ ਨੇ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਸਮਾਜ ਦੇ ਕਲਿਆਣ ਦੇ ਲਈ ਲਗਾਇਆ।